ਅੱਜ-ਕੱਲ੍ਹ ਸੁਮੇਧ ਸੈਣੀ ਦਾ ਕਾਫੀ ਜ਼ਿਕਰ ਚੱਲ ਰਿਹਾ ਹੈ। ਇਹ ਸੁਮੇਧ ਸੈਣੀ ਇੱਕ ਇਸ ਤਰ੍ਹਾਂ ਦਾ ਬੰਦਾ ਹੈ ਇੱਥੇ, ਜਿਸ ਦੀ ਕਾਫੀ ਬਦਨਾਮੀ ਹਰ ਘਰ ਦੇ ਵਿੱਚ ਹੋਈ ਹੈ ਔਰ ਇਸ ਨੂੰ ਪੰਜਾਬ ਦਾ ਅਤੇ ਸਿੱਖਾਂ ਦਾ ਦੁਸ਼ਮਣ ਸਮਝਿਆ ਜਾ ਰਿਹਾ ਹੈ। ਇੱਥੇ ਇੱਕ ਮਹੰਤ ਸੇਵਾਦਾਸ ਹੁੰਦੇ ਸੀ। ਉਹ ਕੀ ਕਰਦੇ ਸੀ, ਪਹਿਲਾਂ ਤਾਂ ਜਿਸ ਵੇਲੇ ਤਾਂ ਹੁੰਦੀ ਸੀ ਕਾਂਗਰਸ ਦੀ ਸਰਕਾਰ, ਉਸ ਵੇਲੇ ਤਾਂ ਆਪਣਾ ਨਾਮ ਸੇਵਾਦਾਸ ਲਿਖ ਕੇ ਅਤੇ ਪ੍ਰੈਸ 'ਤੇ ਬਿਆਨ ਦਿੰਦੇ ਹੁੰਦੇ ਸੀ, ਅਤੇ ਜਦੋਂ ਕਿਤੇ ਅਕਾਲੀਆਂ ਦੀ ਸਰਕਾਰ ਆ ਜਾਂਦੀ ਤਾਂ ਉਹ ਫਿਰ ਸੇਵਾਦਾਸ ਸਿੰਘ ਬਣ ਜਾਂਦੇ ਸੀ। ਇਹੀ ਹਾਲ ਸੈਣੀ ਦਾ ਰਿਹਾ ਹੈ। ਇਹ ਜਦੋਂ ਤਾਂ ਅਕਾਲੀ ਦੀ ਸਰਕਾਰ ਹੁੰਦੀ ਹੈ ਜਾਂ ਇਸ ਨੇ ਇੰਪਰੈਸ਼ਨ ਦੇਣਾ ਹੁੰਦਾ ਹੈ ਕਿ ਮੈਂ ਸਿੱਖ ਹਾਂ, ਤਾਂ ਉਸ ਵੇਲੇ ਸਿੰਘ ਆਪਣੇ ਨਾਂ ਦੇ ਨਾਲ ਜੋੜ ਲੈਂਦਾ ਅਤੇ ਬਾਕੀ ਸਮਿਆਂ ਦੇ ਉੱਤੇ ਇਸ ਨੂੰ ਲਾ ਦਿੰਦਾ। ਹੁਣ ਇਹ ਜਿਹੜਾ ਫਿਨੋਮਨਾ ਹੈ, ਇਹ ਜਿਹੜਾ ਵਰਤਾਰਾ ਹੈ ਇਸ ਦਾ, ਸੈਣੀ ਦਾ, ਇਸ ਨੂੰ ਸਮਝਣ ਵਾਸਤੇ ਆਪਾਂ ਨੂੰ ਪੰਜਾਬ ਦੇ ਸਾਰੇ ਵਰਤਾਰੇ ਨੂੰ ਸਮਝਣਾ ਪਏਗਾ। ਇਸ ਦੀ ਜੜ ਬਹੁਤ ਪਿੱਛੇ ਜਾਂਦੀ ਹੈ, ਲੇਕਿਨ ਅਸੀਂ ਜਿਸ ਵੇਲੇ ਵੀ ਕੋਈ ਮਾੜੀ ਮੋਟੀ ਇਸ ਤਰ੍ਹਾਂ ਦੀ ਗੱਲ ਆਉਂਦੀ ਹੈ ਤਾਂ ਉੱਥੋਂ ਹੀ ਫੜ ਕੇ ਉਸੇ ਨੂੰ ਐਨਾਲਾਈਜ਼ ਕਰਨਾ ਸ਼ੁਰੂ ਕਰ ਦਿੰਦੇ ਹਾਂ, ਜਿੱਥੇ ਕਿ ਸਾਡੀ ਜਾ ਕੇ ਨੋਨ ਐਸੈਂਸ਼ੀਅਲਸ ਦੇ ਵਿੱਚ ਜਾਂ ਜਿਹੜੀਆਂ ਗੈਰ ਜ਼ਰੂਰੀ ਗੱਲਾਂ ਹੁੰਦੀਆਂ ਉਹਨਾਂ ਦੇ ਵਿੱਚ ਕਾਫੀ ਸਾਡਾ ਸਮਾਂ ਬਰਬਾਦ ਹੋ ਜਾਂਦਾ ਹੈ। ਹੁਣ ਪੁੱਛਿਆ ਜਾ ਰਿਹਾ ਹੈ ਵੀ ਸਾਨੂੰ ਇਨਸਾਫ ਮਿਲੇਗਾ ਕਿ ਨਹੀਂ ਮਿਲੇਗਾ। ਸੈਣੀ ਨੇ ਜਿੰਨੇ ਕੁ ਬੰਦੇ ਮਾਰੇ ਨੇ, ਇਸ ਨਾਲੋਂ ਜ਼ਿਆਦਾ ਤਾਂ ਕਈ ਗੁਣਾ ਜ਼ਿਆਦਾ ਲੋਕ ਇੱਥੇ ਮਰ ਚੁੱਕੇ ਨੇ। ਦਿੱਲੀ ਦਾ ਜਿਹੜਾ ਕਤਲੇਆਮ ਹੋਇਆ ਸੀ ਸਿੱਖਾਂ ਦਾ, ਉਸ ਦੀ ਗੱਲ ਲਈਏ ਤਾਂ ਉਸ ਦੇ ਵਿੱਚ ਜਿਹੜਾ ਸਾਰੀ ਦੁਨੀਆ ਦੇ ਸਾਹਮਣੇ ਔਰ ਸ਼ਰੇਆਮ 3 ਦਿਨ ਚੱਲਦਾ ਰਿਹਾ, ਸਾਰੀ ਦੁਨੀਆ ਦੀ ਪ੍ਰੈਸ ਉੱਥੇ ਸੀ, ਉਸ ਦੇ ਵਿੱਚ ਆਪਾਂ ਨੂੰ ਕੋਈ ਇਨਸਾਫ ਮਿਲ ਗਿਆ? ਜਾਂ ਕਦੇ ਵੀ ਕੋਈ ਜਿੰਨੇ ਵੀ ਕਤਲ ਹੋਏ ਨੇ ਇੱਥੇ ਪੰਜਾਬ ਦੇ ਵਿੱਚ, ਉਹਨਾਂ ਦੇ ਵਿੱਚ ਇਨਸਾਫ ਮਿਲਣ ਦੀ ਕੋਈ ਸੰਭਾਵਨਾ ਹੈ? ਇਹ ਬਿਲਕੁਲ ਹੀ ਗਲਤ ਹੈ ਕਿ ਆਪਾਂ ਇਹੋ ਜਿਹੇ ਸਵਾਲਾਂ ਦੇ ਉੱਤੇ ਆਪਣਾ ਸਮਾਂ ਬਰਬਾਦ ਕਰੀਏ। ਹੁਣ ਇਹ ਤਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਸਾਨੂੰ ਕਦੇ ਵੀ ਨਿਆਂ ਨਹੀਂ ਮਿਲੇਗਾ। ਕਿਉਂ ਨਹੀਂ ਮਿਲੇਗਾ? ਇਸ ਦੀ ਜੜ ਨੂੰ ਫੜਨਾ ਚਾਹੀਦਾ ਹੈ। ਆਪਾਂ ਜਿਸ ਵੇਲੇ ਇਸ ਮੁਲਕ ਦੇ ਨਾਲ, ਹਿੰਦੁਸਤਾਨ ਦੇ ਨਾਲ ਸਾਡਾ ਸਮਝੌਤਾ ਹੋਇਆ 1947 ਤੋਂ ਪਹਿਲਾਂ, ਤਾਂ ਸਮਝੌਤਾ ਇਹ ਸੀ ਕਿ ਆਟੋਨਮੀ ਦਿੱਤੀ ਜਾਵੇਗੀ ਸੂਬਿਆਂ ਨੂੰ, ਬੋਲੀ ਦੇ ਆਧਾਰ ਦੇ ਉੱਤੇ ਸੂਬੇ ਬਣਾਏ ਜਾਣਗੇ, ਅਤੇ ਜਿਹੜੇ ਇੱਕ ਸਿੱਖਾਂ ਅਤੇ ਮੁਸਲਮਾਨਾਂ ਨੂੰ ਸਪੈਸ਼ਲ ਰਿਪਰੈਜ਼ੈਂਟੇਸ਼ਨ ਦਿੱਤੀ ਜਾਏਗੀ, ਜੇ ਕਮਿਊਨਲ ਰਿਪਰੈਜ਼ੈਂਟੇਸ਼ਨ ਜਿਹਨੂੰ ਕਹਿੰਦੇ ਸੀ, ਜਿਹੜੀਆਂ ਸੀਟਾਂ ਇਹਨਾਂ ਦੀਆਂ ਹੋਣਗੀਆਂ, ਇਹਨਾਂ ਦੇ ਉੱਤੇ ਇਹੀ ਖੜੇ ਹੋ ਸਕਣਗੇ ਅਤੇ ਇਹੀ ਜਿੱਤ ਸਕਣਗੇ। ਸੋ ਇਸ ਕਿਸਮ ਦਾ ਉਸ ਵੇਲੇ ਅਰੇਂਜਮੈਂਟ ਹੋਇਆ ਸੀ, ਜਿਹੜਾ ਕਿ ਬਾਅਦ ਦੇ ਵਿੱਚ 1945 ਦੇ ਵਿੱਚ ਜਾ ਕੇ ਕਾਂਗਰਸ ਨੇ ਆਪਣੀ ਮੈਨੀਫੈਸਟੋ ਦੇ ਵਿੱਚ ਵੀ, ਲਾਹੌਰ ਤੋਂ ਛਪੀ ਸੀ ਜਿਹੜੀ, ਉਹਦੇ ਵਿੱਚ ਵੀ ਲਿਖਿਆ। ਅਤੇ ਉਸ ਤੋਂ ਇਲਾਵਾ ਇਹ ਜਿਹੜੀ ਫੰਡਾਮੈਂਟਲ ਰੈਜ਼ੋਲੂਸ਼ਨ ਸੀ ਕੌਂਸਟੀਟਿਊਂਟ ਅਸੈਂਬਲੀ ਦੀ, ਉਹਦੇ ਵਿੱਚ ਵੀ ਇਹ ਪੜ੍ਹਿਆ ਗਿਆ ਅਤੇ ਬੜੇ ਅਦਬ ਦੇ ਨਾਲ ਖੜ੍ਹੇ ਹੋ ਕੇ ਇਸ ਦੇ ਬਾਰੇ ਨਹਿਰੂ ਨੇ ਅਗਵਾਈ ਕੀਤੀ ਅਤੇ ਇਸ ਦੇ ਬਾਰੇ ਉਹ ਇੱਕ ਕਿਸਮ ਦੀ ਕਸਮ ਖਾਧੀ ਗਈ ਕਿ ਅਸੀਂ ਬੜੇ ਦ੍ਰਿੜ ਹਾਂ ਕਿ ਇਸ ਤਰ੍ਹਾਂ ਦਾ ਵਰਤਾਰਾ ਅਸੀਂ ਹਿੰਦੁਸਤਾਨ ਦੇ ਵਿੱਚ ਕਰਾਂਗੇ। ਸੋ ਇਸ ਆਧਾਰ ਦੇ ਉੱਤੇ ਆਪਣੇ ਨਾਲ ਸਾਰੀ ਗੱਲਬਾਤ ਹੋਈ ਸੀ ਔਰ ਇਸੇ ਆਧਾਰ ਦੇ ਉੱਤੇ ਦੁਨੀਆ ਦੇ ਸਾਰੇ ਫੈਡਰੇਸ਼ਨਸ ਚੱਲਦੇ ਨੇ ਕਿ ਬਰਾਬਰ ਦੇ ਸਮਾਨਤਾ ਦਿੱਤੀ ਜਾਵੇ, ਬਰਾਬਰਤਾ ਸਾਰਿਆਂ ਦੇ ਵਿੱਚ, ਪ੍ਰਦੇਸ਼ਾਂ ਦੇ ਵਿੱਚ ਹੋਵੇ ਜਿਹੜੇ ਫੈਡਰੇਸ਼ਨ ਨੂੰ ਕੌਂਸਟੀਟਿਊਟ ਕਰਦੇ ਹੈ, ਅਤੇ ਬਾਕੀ ਦਾ ਜਿਹੜਾ ਹੈ ਉਹਨਾਂ ਦੀ ਜੋ ਜਾਨ ਮਾਲ ਇਤਿਆਦ ਦੀ ਰਾਖੀ ਕੀਤੀ ਜਾਵੇ। ਹੁਣ ਪੰਜਾਬ ਦਾ ਸਿਚੁਏਸ਼ਨ ਬਹੁਤ ਇਸ 'ਤੇ ਫਰਕ ਹੈ। ਪੰਜਾਬ ਦੀ ਰਾਜਧਾਨੀ ਪੰਜਾਬ ਦੇ ਕੋਲ ਨਹੀਂ, ਪੰਜਾਬ ਦਾ ਦਰਿਆਵਾਂ ਦਾ ਪਾਣੀ ਪੰਜਾਬ ਦੇ ਕੋਲ ਨਹੀਂ। ਜਿਹੜਾ ਹੈ ਪੰਜਾਬੀ ਬੋਲਦੇ ਇਲਾਕੇ ਜਿਵੇਂ ਕਿ ਗੰਗਾਨਗਰ, ਡੱਬਵਾਲੀ, ਸਰਸਾ, ਫਤਿਹਬਾਦ, ਅੰਬਾਲੇ ਦੀਆਂ ਕੁਝ ਤਹਿਸੀਲਾਂ, ਨਰਾਇਣ, ਇੱਥੇ ਮੋਰਨੀ ਹਿਲਸ, ਨਾਰਾਇਣਗੜ੍ਹ, ਉੱਧਰ ਊਨਾ ਦੂਸਰੇ ਪਾਸੇ, ਅਤੇ ਇਹ ਸਾਰੇ ਦਾ ਸਾਰਾ ਪੰਜਾਬੀ ਸੂਬੇ ਦੇ ਵਿੱਚੋਂ ਕੱਢ ਲਿਆ ਗਿਆ ਹੈ। ਅਤੇ ਇਸੇ ਤਰ੍ਹਾਂ ਹੀ ਹੋਰ ਵੀ ਸਾਡੇ ਨਾਲ ਜ਼ਿਆਦਤੀਆਂ ਹੋਈਆਂ ਨੇ। ਚੰਡੀਗੜ੍ਹ ਰਾਜਧਾਨੀ ਬਣਿਆ ਸੀ ਪੰਜਾਬ ਵਾਸਤੇ, ਅਤੇ ਅੱਜ ਪੰਜਾਬ ਇਸ ਦੇ ਨੇੜੇ ਵੀ ਫਟਕ ਨਹੀਂ ਸਕਦਾ। ਸੋ ਇਹ ਸਾਰਾ ਕੁਛ ਜਿਹੜਾ ਹੈ ਇਹ ਸਾਨੂੰ ਦੱਸਦਾ ਹੈ ਕਿ ਕੋਈ ਇੱਕ ਬਹੁਤ ਡੂੰਘੀ
ਕਿਸਮ ਦੀ ਸਾਡੇ ਬਰਖਲਾਫ ਰੌਂ ਚੱਲ ਰਹੀ ਹੈ ਹਿੰਦੁਸਤਾਨ ਦੇ ਵਿੱਚ ਕਿ ਇਹਨਾਂ ਨੂੰ ਇਨਸਾਫ ਦੇਣਾ ਨਹੀਂ ਹੈ। ਵਰਨਾ ਇਹ ਜਿਹੜਾ ਸਾਰਾ ਕੁਛ ਹੀ ਵਰਤਾਰਾ ਹੈ, ਜਿਸ ਤਰ੍ਹਾਂ ਕਿ ਪੰਜਾਬੀ ਸੂਬੇ ਨੂੰ ਲੰਗੜਾ ਲੂਲਾ ਬਣਾਉਣ ਦਾ, ਪੰਜਾਬੀ ਬੋਲਦੇ ਇਲਾਕੇ ਬਾਹਰ ਰੱਖਣ ਦਾ, ਪੰਜਾਬ ਦਾ ਪਾਣੀ ਦਰਿਆਵਾਂ ਦਾ ਲੁੱਟਣ ਦਾ, ਅਤੇ ਬਾਕੀ ਸਾਰਾ ਜਿਹੜਾ ਚੰਡੀਗੜ੍ਹ ਨੂੰ ਬਾਹਰ ਰੱਖਣ ਦਾ, ਅਤੇ ਦਰਿਆਵਾਂ ਜਿਹੜੇ ਹੈੱਡ ਵਰਕਸ ਆ ਉਹਨਾਂ 'ਤੇ ਕੰਟਰੋਲ ਰੱਖਣ ਦਾ, ਇਹ ਸਾਰਾ ਕੁਛ ਸੰਵਿਧਾਨ ਦੇ ਵਿਰੁੱਧ ਹੈ। ਲੇਕਿਨ ਉਹ ਹੋ ਰਿਹਾ ਹੈ ਔਰ ਇਹ ਬਿਲਕੁਲ ਅਨਿਆਂ ਹੈ, ਟੋਟਲ ਅਨਿਆਂ ਹੈ, ਅਤੇ ਇਹ ਸਾਡੇ ਨਾਲ ਲਗਾਤਾਰ ਹੋ ਰਿਹਾ ਹੈ। ਅਤੇ ਅਸੀਂ ਫਿਰ ਵੀ ਸੋਚਣ ਲੱਗ ਪੈਂਦੇ ਹਾਂ ਕਿ ਕਦੇ ਸਾਡੇ ਨਾਲ ਨਿਆਂ ਹੋਏਗਾ। ਇਹ ਜਿਹੜਾ ਪੰਜਾਬ ਦੇ ਵਿੱਚ ਪੁਲਿਸ ਦਾ ਰਾਜ ਹੋਇਆ ਅਤੇ ਜਿਸ ਤਰ੍ਹਾਂ ਪੁਲਿਸ ਨੇ ਲੋਕਾਂ ਨੂੰ ਮਾਰਨਾ ਸ਼ੁਰੂ ਕੀਤਾ, ਇਸ ਦੀਆਂ ਜੜ੍ਹਾਂ ਵੱਲ ਅਸੀਂ ਜਾਈਏ ਤਾਂ ਸਾਨੂੰ ਹੁਣ ਤਾਂ ਕਈ ਸਾਰੀਆਂ ਕਿਤਾਬਾਂ ਮਿਲਦੀਆਂ ਹਨ ਜਿਨ੍ਹਾਂ ਦੇ ਵਿੱਚ ਬਹੁਤ ਸਾਰਾ ਕੁਝ ਲਿਖਿਆ ਹੋਇਆ ਅਤੇ ਜਿੱਥੋਂ ਅਸੀਂ ਸਮਝ ਸਕਦੇ ਹਾਂ ਕਿ ਵਰਤਾਰਾ ਕੀ ਸੀ। ਸਭ ਤੋਂ ਪਹਿਲਾਂ ਅਸੀਂ ਕਿਤਾਬ ਲਈ ਹੈ ਜੂਲੀਓ ਰਿਬੀਰੋ ਦੀ, ਜਿਸ ਨੂੰ ਉਹਨੇ ਬੁਲਟ ਫੋਰ ਬੁਲਟ ਨਾਂ ਦੇ ਕੇ ਛਪਾਇਆ ਸੀ। ਇਸ ਦੇ ਵਿੱਚ ਉਹ ਕਹਿੰਦਾ ਹੈ ਕਿ ਸਾਡੇ ਕਈ ਸਾਰੇ ਅੰਡਰਗਰਾਊਂਡ ਪੁਲਿਸ ਦੇ ਸਕਾਡ ਹੋਣਗੇ ਜਿਹੜੇ ਕਿ ਜਾ ਕੇ ਜਿਹੜੇ ਪੁਲਿਸ ਦਾ ਕੰਮ ਕਰਦੇ ਨੇ। ਪੁਲਿਸ ਦਾ ਕੰਮ ਕੀ ਕਰਦੇ ਸੀ? ਜਾ ਕੇ ਪਿੰਡਾਂ ਦੇ ਵਿੱਚ ਲੋਕਾਂ ਨੂੰ ਮਾਰਦੇ ਸੀ। ਜਿਸ ਤਰ੍ਹਾਂ ਇਹਨੇ ਫੂਲੇ ਕੋਲੋਂ ਜਟਾਣੇ ਦਾ ਸਾਰਾ ਪਰਿਵਾਰ ਖਤਮ ਕਰਵਾਇਆ, ਇਸ ਤਰ੍ਹਾਂ ਦੇ ਕੰਮ ਕਰਦੇ ਸੀ ਇਹ ਲੋਕ ਅੰਡਰਗਰਾਊਂਡ ਪੁਲਿਸਮੈਨ। ਔਰ ਇਹ ਜਿਹੜੇ ਅੰਡਰਗਰਾਊਂਡ ਪੁਲਿਸਮੈਨ ਸੀ, ਇਹਨਾਂ ਨੇ ਪਟਿਆਲੇ ਦੇ ਵਿੱਚ ਜੋ ਬਰਾੜ SSP ਹੁੰਦਾ ਸੀ ਉਸ ਨੂੰ ਮਾਰਿਆ, ਅਤੇ ਉੱਥੇ ਪਟਿਆਲੇ ਦੇ ਦਫ਼ਤਰ ਦੇ ਵਿੱਚ ਵੀ ਇਹਨਾਂ ਦਾ ਲੋਕਾਂ ਦਾ ਨੁਕਸਾਨ ਕੀਤਾ। ਸੋ ਇਹ ਜਿਹੜੇ ਕਈ ਕਿਸਮ ਦੇ ਇਹਨਾਂ ਦੇ ਗਰੁੱਪ ਸਨ, ਜਿਨ੍ਹਾਂ ਨੇ ਬਾਅਦ ਦੇ ਵਿੱਚ ਇੰਟਰਨੈਸ਼ਨਲ ਪ੍ਰੈਸ ਦੇ ਨਾਲ ਵੀ ਗੱਲ ਕੀਤੀ। ਉਹਦੇ ਵਿੱਚ ਕਾਲੇ ਸੰਤੋਖੇ ਦਾ ਗਰੁੱਪ ਸੀ ਇੱਕ ਅੰਮ੍ਰਿਤਸਰ ਦੇ ਵਿੱਚ। ਉਸ ਨੇ ਦੱਸਿਆ ਕਿ ਸਾਨੂੰ ਕਾਰਡ ਮਿਲੇ ਹੋਏ ਹੈ, ਆਈਡੈਂਟੀਟੀ ਕਾਰਡ, ਅਸੀਂ ਜਿੱਥੇ ਮਰਜ਼ੀ ਜਾ ਸਕਦੇ ਹਾਂ, ਰੈਸਟ ਹਾਊਸ ਸਾਨੂੰ ਰਹਿਣ ਵਾਸਤੇ ਦਿੱਤੇ ਜਾਂਦੇ ਹੈ, ਅਤੇ ਅਸੀਂ ਤਨਖਾਹ ਦਿੱਤੀ ਜਾਂਦੀ ਹੈ। ਬਾਅਦ ਦੇ ਵਿੱਚ ਮੈਨੂੰ ਇੱਕ ਵਾਰੀ ਮਨਜੀਤ ਸਿੰਘ ਕਲਕੱਤਾ ਨੇ ਦੱਸਿਆ ਕਿ ਇਹ ਤਨਖਾਹ ਇਸ ਨੂੰ ਸ਼੍ਰੋਮਣੀ ਕਮੇਟੀ ਦੇ ਖਾਤੇ ਦੇ ਵਿੱਚੋਂ ਦਿੱਤੀ ਜਾਂਦੀ ਸੀ, ਔਰ ਜਦੋਂ ਆ ਕੇ ਉਸਨੇ ਬੰਦ ਕੀਤੀ ਤਾਂ ਕਲਕੱਤੇ ਨੂੰ ਬੜਾ ਇਸ ਦੇ ਵਾਸਤੇ ਦੁੱਖ ਝੇਲਣਾ ਪਿਆ। ਉਹਨੂੰ ਅਰੈਸਟ ਵੀ ਕਰ ਲਿਆ ਗਿਆ ਅਤੇ ਟਾਰਚਰ ਵੀ ਉਸ ਦਾ ਹੋਇਆ। ਸੋ ਇਸ ਤਰ੍ਹਾਂ ਇਹਨਾਂ ਦੇ ਇੰਤਜ਼ਾਮ ਕੀਤੇ ਜਾਂਦੇ ਸੀਗੇ। ਔਰ ਉਹ ਕਹਿੰਦਾ ਸੀਗਾ ਕਿ ਅਸੀਂ ਕਿਤੇ ਵੀ ਜਾ ਸਕਦੇ ਹਾਂ, ਜਿਹੜੀ ਮਰਜ਼ੀ ਕਾਰ ਚੋਰੀ ਕਰ ਸਕਦੇ ਹਾਂ, ਜਿਹਨੂੰ ਮਰਜ਼ੀ ਜਾ ਕੇ ਜੋ ਸਜ਼ਾ ਦੇਣੀ ਹੈ ਦੇ ਸਕਦੇ ਹਾਂ, ਜਿਸ ਦਾ ਮਤਲਬ ਸਾਫ਼ ਸੀ ਕਿ ਉਹ ਕਾਤਲ ਗਰੋਹ ਉਹਨਾਂ ਨੇ ਰੱਖੇ ਹੋਏ ਸਨ। ਦੂਸਰੀ ਕਿਤਾਬ ਹੈ ਇਸ ਦੇ ਵਿੱਚ, ਇਹ ਕਿਤਾਬਾਂ ਮੈਂ ਉਹ ਲੈ ਰਿਹਾ ਜਿਹੜੀਆਂ ਕਿ ਜਿਨ੍ਹਾਂ ਦੇ ਬਾਰੇ ਸ਼ੱਕ ਨਹੀਂ ਹੋ ਸਕਦਾ ਕਿ ਇਹ ਸਰਕਾਰ ਦੇ ਬਰਖਲਾਫ ਹੈ ਜਾਂ ਪ੍ਰੋ ਅਕਾਲੀ ਜਾਂ ਪ੍ਰੋ ਸਿੱਖ ਲੋਕਾਂ ਨੇ ਲਿਖੀਆਂ ਹੋਈਆਂ। ਦੂਸਰੀ ਕਿਤਾਬ ਜੇ ਲਈਏ ਤਾਂ ਅਸੀਂ ਇੱਕ ਸਰਚਿੰਗ ਆਈ ਹੈ। ਇਹ ਕਿਤਾਬ ਬੜੀ ਅਹਿਮ ਹੈ, ਜਿਹੜੀ ਕਿ ਸਾਨੂੰ ਸਾਰਿਆਂ ਨੂੰ ਪੜ੍ਹਨੀ ਚਾਹੀਦੀ ਹੈ। ਇਹ ਗੁਰਦੇਵ ਗਰੇਵਾਲ ਹੁੰਦੇ ਸੀਗੇ ਸੈਂਟਰ ਦੇ ਵਿੱਚ, ਜੁਆਇੰਟ ਸੈਕਟਰੀ ਸੀ ਹੋਮ ਦੇ ਵਿੱਚ, ਜਿਸ ਵੇਲੇ ਇਹ ਸਾਰੀ ਕਾਰਵਾਈ ਇੱਥੇ ਚੱਲ ਰਹੀ ਸੀ। ਉਹ ਕਹਿੰਦੇ ਹਨ ਕਿ ਮੈਨੂੰ ਵੀ ਕੁਛ ਥੋੜ੍ਹਾ ਜਿਹਾ ਐਸੋਸੀਏਟ ਕੀਤਾ ਗਿਆ ਕਿਉਂਕਿ ਹੋਮ ਡਿਪਾਰਟਮੈਂਟ ਦੇ ਵਿੱਚ ਸੀ, ਅਤੇ ਬਾਅਦ ਦੇ ਵਿੱਚ ਬੂਟਾ ਸਿੰਘ ਨੇ ਉਹਨਾਂ ਨੂੰ ਰੱਦ ਕਰ ਦਿੱਤਾ ਉਸ ਕਮੇਟੀ ਦੇ ਵਿੱਚੋਂ, ਇਹ ਸੋਚ ਕੇ ਵੀ ਇਹ ਜੱਟ ਹੈ ਅਤੇ ਇਹ ਇਸ ਤਰ੍ਹਾਂ ਦੀ ਕਾਰਵਾਈ ਦੇ ਕੁਛ ਬਰਖਲਾਫ ਹੋ ਜਾਏਗਾ। ਔਰ ਉਹ ਕਹਿੰਦਾ ਹੈ ਕਿ ਮੈਂ ਇਹ ਵੀ ਕਿਹਾ ਸੀਗਾ ਕਿ ਤੁਸੀਂ ਖਾਮਖਾ ਡਰ ਭਾਵ ਪੈਦਾ ਕਰਨ ਵਾਸਤੇ ਇੰਨੇ ਲੋਕ ਮਾਰੀ ਜਾਂਦੇ ਹੋ, ਇਸ ਦਾ ਕੀ ਫਾਇਦਾ ਹੈ? ਤੁਸੀਂ ਜਿਹੜਾ ਗੁਨਾਹ ਕਰਦਾ ਉਸ ਨੂੰ ਫੜੋ ਅਤੇ ਜੋ ਸਜ਼ਾ ਦੇਣੀ ਹੈ ਉਸ ਨੂੰ ਦਿਓ। ਸੋ ਇਸੇ ਤਰ੍ਹਾਂ ਹੀ ਹੋਰ ਵੀ ਕਈ ਸਾਰੀਆਂ ਕਿਤਾਬਾਂ ਹਨ। ਇਹ ਗਿਆਨੀ ਜ਼ੈਲ ਸਿੰਘ ਦੀ ਕਿਤਾਬ ਹੈ ਮੁਮਾਇਰਸ, ਜਿਹੜੇ ਕਿ ਉਹਨਾਂ ਨੇ ਆਪਣੇ ਪ੍ਰੈਜ਼ੀਡੈਂਟ ਹੁੰਦਿਆਂ ਲਿਖੇ ਸਨ ਅਤੇ ਬਾਅਦ ਦੇ ਵਿੱਚ ਥੋੜ੍ਹੀ ਦੇਰ ਬਾਅਦ ਹੀ ਛਪੇ ਸਨ। ਇਸ ਦੇ ਵਿੱਚ ਗਿਆਨੀ ਜੀ ਕਹਿੰਦੇ ਨੇ ਕਿ ਜਿਸ ਦਿਨ ਮੈਂ ਦਰਬਾਰ ਸਾਹਿਬ ਗਿਆ ਤਾਂ ਉਹ ਡਿਸਕਰਾਈਬ ਕਰਦੇ ਨੇ, ਉਹਦੇ ਨਾਲ ਦੇ ਜਿਹੜੇ ਬੰਦੇ ਸੀਗੇ ਉਹ ਕਹਿੰਦੇ ਨੇ ਕਿ ਅਸੀਂ ਰੁਮਾਲੇ ਲੈ ਕੇ ਗਏ। ਇਹ ਕਿਤਾਬ ਦੇ ਵਿੱਚ ਨਹੀਂ, ਲੇਕਿਨ ਦੂਸਰੀ ਜਗ੍ਹਾ ਦੇ ਉੱਤੇ ਲਿਖਿਆ ਹੋਇਆ ਮਿਲਦਾ ਹੈ ਕਿ ਜਿਹੜੇ ਇੱਥੇ ਹੈੱਡ ਗ੍ਰੰਥੀ ਸਨ ਦਰਬਾਰ ਸਾਹਿਬ ਦੇ ਵਿੱਚ, ਉਹਨਾਂ ਨੇ ਕਿਹਾ ਕਿ ਤੁਸੀਂ ਰੁਮਾਲੇ ਵੀ ਲੈ ਕੇ ਆਉਣਾ, ਕਿਉਂਕਿ ਫੌਜ ਨੇ ਸਾਰੇ ਦੇ ਸਾਰੇ ਰੁਮਾਲੇ ਇਤਿਆਦ ਉੱਥੋਂ ਲੁੱਟ ਲਏ ਸਨ। ਬਾਕੀ ਜੋ ਵੀ ਕੁਝ ਕੀਮਤੀ ਉਹਨਾਂ ਨੂੰ ਦੱਸਿਆ ਸੀ ਉਹਨਾਂ ਨੇ ਚੁੱਕ ਲਿਆ ਸੀ। ਅਤੇ
ਇਹ ਦੁਸ਼ਮਣੀ ਦੀਆਂ ਗੱਲਾਂ ਨੇ, ਇਹ ਕੋਈ ਲਾਅ ਐਂਡ ਆਰਡਰ ਇਤਿਆਦ ਦੀ ਗੱਲ ਨਹੀਂ ਹੈ। ਫਿਰ ਇਸ ਤੋਂ ਬਾਅਦ ਗਿਆਨੀ ਸੈਲ ਸਿੰਘ ਨੇ ਜਿਹੜੀ ਅਹਿਮ ਗੱਲ ਲਿਖੀ ਹੈ ਉਹ ਇਹ, ਪੰਜਵੇਂ ਪਾਤਸ਼ਾਹ ਦਾ ਸ਼ਹੀਦੀ ਦਿਨ ਸੀ ਅਤੇ ਬਹੁਤ ਸਾਰੀ ਸੰਗਤ ਆਈ ਹੋਈ ਸੀ। ਥੋੜ੍ਹੀ ਦੇਰ ਇਹਨਾਂ ਨੇ ਕੀ ਕੀਤਾ, ਉੱਥੇ ਰਿਲੈਕਸ ਕਰਕੇ ਕਰਫਿਊ ਲੱਗਿਆ ਹੋਇਆ ਸੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਅੰਮ੍ਰਿਤਸਰ ਦੇ ਵਿੱਚ। ਕਰਫਿਊ ਦੇ ਵਿੱਚ ਢਿੱਲ ਦੇ ਕੇ ਅਤੇ ਇਹਨਾਂ ਨੇ ਦਰਬਾਰ ਸਾਹਿਬ ਦੇ ਵਿੱਚ ਸਾਰਿਆਂ ਨੂੰ, ਸ਼ਰਧਾਲੂਆਂ ਨੂੰ ਆਉਣ ਦਿੱਤਾ। ਉਸ ਤੋਂ ਬਾਅਦ ਗੋਲੀਬਾਰੀ ਸ਼ੁਰੂ ਹੋਈ। ਸੋ ਇਸ ਦਾ ਮਤਲਬ ਸਿੱਧਾ ਇਹ ਹੈ ਕਿ ਇਹ ਉੱਥੇ ਵੱਧ ਤੋਂ ਵੱਧ ਨੁਕਸਾਨ ਕਰਨਾ ਚਾਹੁੰਦੇ ਸੀ। ਗਿਆਨੀ ਜ਼ੈਲ ਸਿੰਘ ਕਹਿੰਦੇ ਨੇ ਕਿ ਮੈਂ ਪੁੱਛਿਆ ਵੀ ਤੁਸੀਂ ਅਨਾਊਂਸਮੈਂਟ ਕਿਉਂ ਨਹੀਂ ਕੀਤੀ, ਜਿਹੜੇ ਲੋਕ ਬਾਹਰ ਆਉਣਾ ਚਾਹੁੰਦੇ ਉਹ ਆ ਜਾਂਦੇ। ਤਾਂ ਮੈਨੂੰ ਉਹਨਾਂ ਨੇ ਦੱਸਿਆ, ਕਹਿੰਦੇ ਫੌਜ ਵਾਲਿਆਂ ਨੇ, ਵੀ ਅਸੀਂ ਕੀਤੀ ਸੀ। ਕਹਿੰਦਾ ਪਰ ਮੈਂ ਪਤਾ ਕੀਤਾ ਤਾਂ ਮੈਨੂੰ ਪਤਾ ਲੱਗਿਆ ਕਿ ਉਹਨਾਂ ਨੇ ਕੋਈ ਅਨਾਊਂਸਮੈਂਟ ਨਹੀਂ ਕੀਤੀ। ਸੋ ਇਸ ਤਰ੍ਹਾਂ ਹੀ ਕਿਰਪਾਲ ਸਿੰਘ ਢਿੱਲੋਂ ਦੀ ਕਿਤਾਬ ਹੈ, ਜਿਹੜੇ ਕਿ ਇੱਥੇ DGP ਰਹੇ, ਉਹ ਮੇਰੇ ਵਾਕਫ ਸਨ ਅਤੇ ਅਕੈਡਮੀ ਦੇ ਵਿੱਚ ਸਾਡੇ, ਜਿਸ ਵੇਲੇ ਮੈਂ ਪੁਲਿਸ ਅਕੈਡਮੀ ਦੇ ਵਿੱਚ ਸੀ ਅਤੇ ਪੁਲਿਸ ਦੇ ਵਿੱਚ ਅਤੇ IAS ਦੇ ਵਿੱਚ ਸੀ, ਉਸ ਵੇਲੇ ਉਹ ਉੱਥੇ ਡਿਪਟੀ ਡਾਇਰੈਕਟਰ ਸਨ, ਜਿਵੇਂ SS ਧਨੋਆ ਵੀ ਸੀ। ਤਾਂ ਇਹ ਕਿਰਪਾਲ ਸਿੰਘ ਢਿੱਲੋਂ ਨੇ ਇੱਕ ਕਿਤਾਬ ਲਿਖੀ ਜਿਸ ਦੇ ਵਿੱਚ ਕਾਫੀ ਸਾਰਾ ਕੁਛ ਉਹਨਾਂ ਨੇ ਇਸ ਵਰਤਾਰੇ ਦੇ ਬਾਰੇ ਲਿਖਿਆ ਅਤੇ ਨਤੀਜਾ ਇਹ ਨਿਕਲਿਆ ਕਿ ਉਹਨਾਂ ਦਾ ਸਟੇਟ ਮੱਧ ਪ੍ਰਦੇਸ਼ ਸੀ। ਜਦੋਂ ਵਾਪਸ ਗਏ ਤਾਂ ਉਹਨਾਂ ਨੂੰ ਪੈਨਸ਼ਨ ਇਤਿਆਦ ਲੈਣ ਦੇ ਵਿੱਚ ਕਾਫੀ ਮੁਸ਼ਕਿਲ ਆਈ ਅਤੇ ਉਹਨਾਂ ਨੇ ਇੱਕ ਚਿੱਠੀ ਵੀ ਮੈਨੂੰ ਲਿਖੀ ਕਿ ਮੇਰੇ ਨਾਲ ਇਸ ਤਰ੍ਹਾਂ ਨਾਲ ਕੀਤਾ ਜਾ ਰਿਹਾ, ਔਰ ਉਹ ਬੜੇ ਇਮਾਨਦਾਰ ਬੰਦੇ ਸਨ। ਸੋ ਇਹ ਜਿਹੜੀਆਂ ਸਾਰੀਆਂ ਗੱਲਾਂ ਨੇ, ਇਹਨਾਂ ਤੋਂ ਇਹ ਲੱਗਦਾ ਹੈ ਕਿ ਜਿਹੜੇ ਸੈਣੀ ਵਰਗੇ ਬੰਦੇ ਨੇ, ਇਹ ਸਾਰੇ ਦੇ ਸਾਰੇ ਪੁਲਿਸ ਦੇ ਜਿਹੜੇ ਅੰਡਰਗਰਾਊਂਡ ਸਕਾਡ ਬਣਾਏ ਹੋਏ ਸੀ, ਜਿਨ੍ਹਾਂ ਨੇ ਆਲਮ ਸੈਨਾ, ਵਿਰਕ ਸੈਨਾ, ਦੂਸਰੀਆਂ ਸੈਨਾਵਾਂ ਬਣਾਈਆਂ ਹੋਈਆਂ ਸਨ, ਗੋਬਿੰਦ ਰਾਮ ਨੇ ਆਪਣੀ ਬਣਾਈ ਹੋਈ ਸੀ, ਉਹ ਲੋਕ ਸਟੇਟ ਦੀ ਸੈਂਕਸ਼ਨ ਦੇ ਨਾਲ ਇਹ ਸਾਰਾ ਕੁਛ ਕਰਦੇ ਸਨ। ਵੱਡੇ ਤੋਂ ਵੱਡੇ ਲੈਵਲ ਦੇ ਉੱਤੇ ਉਹਨਾਂ ਸਾਰਿਆਂ ਨੂੰ ਪਤਾ ਸੀ ਕਿ ਇਹ ਕੀ ਕਰ ਰਹੇ ਨੇ। ਇੱਕ ਬਾਅਦ ਦੇ ਵਿੱਚ ਹੋਰ ਪੁਲਿਸ ਵਾਲੇ ਦੀ ਕਿਤਾਬ ਆਈ, ਉਸ ਦੇ ਵਿੱਚ ਉਸਨੇ ਲਿਖਿਆ ਕਿ ਇਹ ਬਾਰ-ਬਾਰ ਕਹਿ ਦਿੰਦੇ ਨੇ, ਜਿਵੇਂ 1997 ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਚੋਣ ਮੈਨੀਫੈਸਟੋ 'ਚ ਲਿਖਤਾ ਸੀਗਾ ਕਿ ਅਸੀਂ ਪੁਲਿਸ ਮੁਕਾਬਲਿਆਂ ਦੇ ਬਾਰੇ ਔਰ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਿਉਂ ਹੋਇਆ, ਇਸ ਦੀ ਇਨਕੁਆਇਰੀ ਕਰਾਂਗੇ। ਤਾਂ ਉਸ ਦੇ ਬਾਰੇ ਉਹ ਟਿੱਪਣੀ ਕਰ ਰਿਹਾ ਸੀ ਸ਼ਾਇਦ। ਤਾਂ ਉਸਨੇ ਕਿਹਾ ਕਿ ਇਹ ਲੋਕ ਕੀ ਸਾਨੂੰ ਪੁੱਛਣਗੇ, ਇਹੀ ਤਾਂ ਲੋਕ ਹਨਗੇ ਜਿਹੜੇ ਕਹਿੰਦੇ ਸੀਗੇ ਬਈ ਜਿਵੇਂ ਵੀ ਕਿਵੇਂ ਕਰੋ, ਇਹਨਾਂ ਨੂੰ ਸਾਰਿਆਂ ਨੂੰ ਮਾਰ ਕੇ ਖਪਾ ਦਿਓ, ਪੰਜਾਬ ਦੇ ਵਿੱਚ ਸ਼ਾਂਤੀ ਸਥਾਪਿਤ ਕਰੋ। ਜਦੋਂ ਵੀ ਕੋਈ ਕੇਂਦਰ ਦਾ ਵਜ਼ੀਰ ਆਉਂਦਾ ਸੀ ਇੱਥੇ, ਉਹ ਇਹੀ ਕਹਿੰਦਾ ਸੀਗਾ ਕਿ ਜੀ ਇਹਨਾਂ ਨੂੰ ਜਿਸ ਤਰ੍ਹਾਂ ਵੀ ਤੁਸੀਂ ਮਾਰ ਸਕਦੇ ਹੋ, ਸਾਰਿਆਂ ਨੂੰ ਖਤਮ ਕਰ ਦਿਓ। ਇਹ ਇੱਕ ਸਟੇਟ ਪਾਲਿਸੀ ਸੀ ਉਸ ਵੇਲੇ। ਸਟੇਟ ਪਾਲਿਸੀ ਕਿਉਂ ਬਣਾਈ ਗਈ ਹੈ, ਇਸ ਦੀ ਬੜੀ ਲੰਮੀ ਕਹਾਣੀ ਹੈ, ਲੇਕਿਨ ਜੇ ਆਪਾਂ 1966 ਤੋਂ ਬਾਅਦ ਲਈਏ ਤਾਂ ਇੰਨੀ ਕੁ ਬਣਦੀ ਹੈ ਕਿ ਪੰਜਾਬ ਉਸ ਵੇਲੇ ਬਹੁਤ ਸਾਰਾ ਅਨਾਜ ਪੈਦਾ ਕਰਨ ਲੱਗ ਪਿਆ ਸੀ। ਗ੍ਰੀਨ ਰੈਵੋਲੂਸ਼ਨ ਇੱਥੇ ਆ ਗਈ ਸੀ। ਤਾਂ ਗ੍ਰੀਨ ਰੈਵੋਲੂਸ਼ਨ ਦੇ ਆਉਣ ਦੇ ਨਾਲ ਕੁਛ ਜਿਹੜੀ ਜੱਟ ਕਮਿਊਨਿਟੀ ਹੈ, ਉਸ ਦੇ ਕੋਲ ਕੁਛ ਥੋੜ੍ਹੇ ਬਹੁਤ ਪੈਸੇ ਆ ਗਏ ਸਨ। ਜਿਸ ਵੇਲੇ ਅਕਾਲੀ ਮੋਰਚਾ ਚੱਲ ਰਿਹਾ ਸੀ ਤਾਂ ਸਾਰੀ ਥੀਮ ਇਹਨਾਂ ਦੀ ਇਹ ਸੀ ਕਿ ਇਹ ਜਿਹੜੇ ਜੱਟ ਲੋਕ ਹਨ, ਇਹ ਹੁਣ ਰਾਜ ਕਰਨਾ ਚਾਹੁੰਦੇ ਨੇ ਕਿਉਂਕਿ ਇਹਨਾਂ ਕੋਲ ਪੈਸੇ ਆ ਗਏ। ਹੁਣ ਪੈਸੇ ਦੀ ਗੱਲ ਨਹੀਂ ਹੈ, ਡੈਮੋਕ੍ਰੇਸੀ ਦੇ ਵਿੱਚ ਜਿਹਦੇ ਕੋਲ ਮੈਜੋਰਿਟੀ ਹੋਵੇ ਉਹ ਰਾਜ ਕਰਦਾ ਹੈ, ਔਰ ਉਹ ਜੱਟ ਹੋਵੇ ਗੈਰ ਜੱਟ ਹੋਵੇ, ਸਾਰੇ ਹਿੰਦੁਸਤਾਨ ਦੇ ਉੱਤੇ ਕੋਈ ਜੱਟਾਂ ਦਾ ਰਾਜ ਨਹੀਂ ਹੈ। ਕਈ ਜਗ੍ਹਾ ਦੇ ਉੱਤੇ ਕੋਈ ਰਾਜ ਕਰਦਾ, ਕਈ ਜਗ੍ਹਾ ਦੇ ਉੱਤੇ ਕਿਸ ਤਰ੍ਹਾਂ ਦੇ ਲੋਕ ਕੋਈ ਗੱਠਜੋੜ ਬਣਾ ਕੇ, ਅਤੇ ਹੁਣ ਤਾਂ ਕੋਲੀਸ਼ਨ ਸਰਕਾਰ ਦਾ ਜ਼ਮਾਨਾ ਹੈ ਕਿ ਕਈ ਕਿਸਮ ਦੇ ਲੋਕ ਇਕੱਠੇ ਹੋ ਜਾਂਦੇ ਹੈ। ਲੇਕਿਨ ਇਹ ਥੀਮ ਬਣਾਈ ਗਈ ਉਸ ਵੇਲੇ, ਔਰ ਇਹ ਬਣਾਇਆ ਗਿਆ ਕਿ ਇਹਨਾਂ ਨੂੰ ਜੱਟਾਂ ਨੂੰ ਕਾਬੂ ਕਰਨਾ ਹੈ। ਹਾਲਾਂਕਿ ਜੇ ਤੁਸੀਂ ਉਸ ਵੇਲੇ ਦੀਆਂ ਸ਼ਹਾਦਤਾਂ ਦੇਖੋ ਅਤੇ ਇਹ ਦੇਖੋ ਕਿ ਕੌਣ ਮਾਰੇ ਗਏ, ਉਹਨਾਂ ਦੇ ਫਿਗਰਸ ਵਗੈਰਾ ਤਾਂ ਇਹ ਨਹੀਂ ਦੱਸਦੇ, ਲੇਕਿਨ ਅਸੀਂ ਜੋ ਵੀ ਅੰਦਾਜ਼ਾ ਲਾ ਸਕਦੇ ਹਾਂ, ਜਿੰਨਿਆਂ ਕੁ ਨੂੰ ਅਸੀਂ ਜਾਣਦੇ ਹਾਂ ਔਰ ਜਿੰਨਿਆਂ ਨੂੰ ਅਸੀਂ ਇਹ ਦੇਖਿਆ ਹੋਇਆ, ਤਾਂ ਉਹਨਾਂ ਦੇ ਵਿੱਚ ਜ਼ਿਆਦਾ ਤਾਦਾਦ ਉਹਨਾਂ ਦੀ ਸੀ ਜਿਹੜੇ ਜੱਟ ਨਹੀਂ ਸਨ। ਇੱਕ ਦੋ ਤਾਂ ਮੁਸਲਮਾਨ ਵੀ ਇਸ ਦੇ ਵਿੱਚ ਸ਼ਾਮਲ ਸਨ। ਸੋ ਇਹਨਾਂ ਦਾ ਅੰਦਾਜ਼ਾ ਗਲਤ ਨਹੀਂ ਸੀ, ਇਹਨਾਂ ਦੀ ਧਾਰਨਾ ਗਲਤ ਸੀ। ਇਹਨਾਂ ਨੇ ਗਲਤ ਧਾਰਨਾ ਬਣਾਈ ਕਿ ਇਹਨਾਂ ਲੋਕਾਂ ਨੂੰ ਦਬਾ ਦਿਓ, ਔਰ ਜਿਸ ਤਰ੍ਹਾਂ ਵੀ ਦਬਾਇਆ ਜਾ ਸਕੇ ਦਬਾ ਦਿਓ। ਇੱਕ ਪੰਜਾਬ ਦਾ ਉਸ ਵੇਲੇ ਵੈਸ਼ਨਵ ਹੁੰਦਾ ਸੀ, PH ਵੈਸ਼ਨਵ ਚੀਫ ਸੈਕਟਰੀ ਸੀ, ਬਿਹਾਰ ਦਾ ਸੀ ਉਹ, ਅਤੇ ਪੰਜਾਬ ਕਾਡਰ ਦੇ ਵਿੱਚ ਕੰਮ ਕਰਦਾ ਸੀ। ਉਹ ਬਿਹਾਰ ਗਿਆ ਕਿਸੇ ਵਿਆਹ ਦੇ ਉੱਤੇ ਸ਼ਮੂਲੀਅਤ ਕਰਨ ਵਾਸਤੇ, ਅਤੇ ਉੱਥੇ ਉਸ ਨੂੰ ਉਹਨਾਂ ਨੇ ਬਿਹਾਰ ਕਾਡਰ ਦੇ ਲੋਕਾਂ ਨੇ ਪੁੱਛਿਆ ਕਿ ਤੁਸੀਂ ਇੰਨਾ ਜ਼ੁਲਮ ਕੀਤਾ ਹੈ ਪੰਜਾਬ ਦੇ ਵਿੱਚ, ਇੰਨੇ ਲੋਕ ਮਾਰੇ ਨੇ,
ਇਹ ਕਿਉਂ ਮਾਰੇ ਨੇ, ਇਹਦੀ ਕੀ ਲੋੜ ਸੀ। ਤਾਂ ਉਸ ਦਾ ਜਿਹੜਾ ਜਵਾਬ ਸੀ ਉਹ ਇਹ ਸੀ ਕਿ ਅਸੀਂ ਚਾਹੁੰਦੇ ਸੀ ਕਿ ਐਵਰੀ ਸਿੱਖ ਸ਼ੁੱਡ ਬੀ ਅਫਰੇਡ ਆਫ ਹਿਜ਼ ਓਨ ਸ਼ੈਡੋ। ਤਾਂ ਉਹ ਉਹਨਾਂ ਨੂੰ ਡਰਾ ਕੇ ਧਮਕਾ ਕੇ ਇਹ ਜਿਹੜੇ ਉਹਨਾਂ ਦੇ ਹੱਕ ਸੀ ਉਹ ਹੱਕ ਮੰਗਣ ਤੋਂ ਰੋਕਣਾ ਚਾਹੁੰਦੇ ਸੀ। ਹੁਣ ਜਿਹੜਾ ਧਰਮ ਯੁੱਧ ਮੋਰਚਾ ਸੀ ਇਸ ਦੇ ਵਿੱਚ ਤਾਂ ਕੁਝ ਹੈ ਨਹੀਂ ਸੀ। ਇਸ ਦੇ ਵਿੱਚ ਤਾਂ ਉਹੀ ਗੱਲਾਂ ਸਨ, ਟੈਰੀਟਰੀ ਦੀ ਮੰਗ ਕਰਦੇ ਸਨ ਕਿ ਸਾਡੇ ਪੰਜਾਬੀ ਬੋਲਦੇ ਇਲਾਕੇ ਬਾਹਰ ਰਹਿ ਗਏ ਨੇ, ਇਹਨਾਂ ਨੂੰ ਪੰਜਾਬ ਦੇ ਵਿੱਚ ਸ਼ਾਮਲ ਕਰੋ। ਤਾਂ ਇਸ ਦੇ ਵਿੱਚ ਜੇ ਉਹ ਸਾਰੇ ਇਲਾਕੇ ਸ਼ਾਮਲ ਕਰ ਲਏ ਜਾਂਦੇ ਜਾਂ ਪੰਜਾਬੀ ਰੀਜਨ ਜਿਹੜੀ 2 ਵਾਰੀ ਪਾਰਲੀਮੈਂਟ ਦੇ ਵਿੱਚ ਮਨਜ਼ੂਰ ਹੋ ਚੁੱਕੀ ਸੀ ਉਸੇ ਨੂੰ ਮੁੜ ਕੇ ਪੰਜਾਬੀ ਸੂਬਾ ਡਿਕਲੇਅਰ ਕਰ ਦਿੱਤਾ ਜਾਂਦਾ, ਤਾਂ ਘੱਟੋ ਘੱਟ ਇਸ ਪੰਜਾਬ ਦੇ ਵਿੱਚ ਜੋ ਉਸ ਵੇਲੇ ਇਹਨਾਂ ਇਲਾਕਿਆਂ ਨੂੰ ਮਿਲਾ ਕੇ ਬਣਨਾ ਸੀ, ਇਸ ਦੇ ਵਿੱਚ ਹਿੰਦੂ ਮੈਜੋਰਿਟੀ ਹੋਣੀ ਸੀ ਔਰ 65% ਦੇ ਕਰੀਬ ਘੱਟੋ ਘੱਟ ਹਿੰਦੂ ਮੈਜੋਰਿਟੀ ਹੁੰਦੀ। ਤਾਂ ਇਹ ਸਿੱਖ ਜਿਹੜੇ ਸੀ ਇਹ ਕੋਈ ਕਮਿਊਨਲ ਜਾਂ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਸੀ ਕਰ ਰਹੇ ਕਿ ਇੱਕ ਸੰਪਰਦਾ ਨੂੰ ਫਾਇਦਾ ਹੋਵੇ। ਇਹ ਸਾਰੇ ਪੰਜਾਬ ਦੇ ਮਸਲੇ ਦੇ ਹੱਲ ਵਾਸਤੇ ਗੱਲ ਕਰ ਰਹੇ ਸੀ। ਲੇਕਿਨ ਜਿਹੜੇ ਪੰਜਾਬੀ ਸੂਬਾ ਬਣਾਉਣ ਵਾਲੇ ਸਨ ਉਹਨਾਂ ਦੀ ਭਾਵਨਾ ਇਹਨਾਂ ਨੂੰ ਦਬਾ ਕੇ ਰੱਖਣ ਦੀ ਔਰ ਇਹਨਾਂ ਦੇ ਬਰਖਲਾਫ ਕਮਿਊਨਲ ਭਾਵਨਾ ਸੀ। ਇੰਦਰਾ ਗਾਂਧੀ ਨੇ ਇੱਕ ਆਪਣੀ ਛੋਟੀ ਜਿਹੀ ਬਾਇਓਗ੍ਰਾਫੀ ਲਿਖੀ ਜਿਸ ਮਾਈ ਸਟੋਰੀ ਦੇ ਨਾਂ ਦੇ ਉੱਤੇ ਪਬਲਿਸ਼ ਹੋਈ ਸੀ। ਉਸ ਦੇ ਵਿੱਚ ਉਹ ਲਿਖਦੀ ਹੈ, ਜਿਸ ਵੇਲੇ ਪੰਜਾਬੀ ਸੂਬਾ ਬਣਨ ਵਾਲਾ ਸੀ ਤੇ ਮੈਨੂੰ ਪਤਾ ਲੱਗਿਆ ਕਿ ਜਿਹੜਾ ਸਪੀਕਰ ਹੈ ਲੋਕ ਸਭਾ ਦਾ, ਜਿਸ ਨੂੰ ਇੰਚਾਰਜ ਬਣਾਇਆ ਸੀ ਇਹ ਪਾਰਲੀਮੈਂਟਰੀ ਕਮੇਟੀ ਦਾ, ਇਹ ਇਹਨਾਂ ਦੇ ਹੱਕ ਦੇ ਵਿੱਚ ਰਿਪੋਰਟ ਕਰਨ ਜਾ ਰਿਹਾ। ਤਾਂ ਉਹ ਕਹਿੰਦੀ ਮੈਨੂੰ ਬੜਾ ਫਿਕਰ ਹੋਇਆ। ਮੈਂ ਗਈ ਲਾਲ ਬਹਾਦਰ ਸ਼ਾਸਤਰੀ ਕੋਲੇ ਤੇ ਮੈਂ ਉਹਦੇ ਕੋਲੇ ਗੁਲਜ਼ਾਰੀ ਲਾਲ ਨੰਦਾ ਕੋਲੇ ਗਈ ਕਿ ਬਈ ਇਹ ਤੁਸੀਂ ਕੀ ਕਰਨ ਲੱਗੇ ਹੋ, ਇਹ ਤਾਂ ਪੰਜਾਬੀ ਸੂਬਾ ਬਣਾਉਣ ਦੇ ਹੱਕ ਦੇ ਵਿੱਚ ਹੈ। ਉਹਨਾਂ ਨੇ ਕਿਹਾ ਕੋਈ ਗੱਲ ਨਹੀਂ, ਤੂੰ ਫਿਕਰ ਨਾ ਕਰ, ਅਸੀਂ ਆਪੇ ਇਸ ਨੂੰ ਨਜਿੱਠ ਲਾਂਗੇ, ਇਸ ਤਰ੍ਹਾਂ ਦਾ ਕੁਛ ਨਹੀਂ ਹੁੰਦਾ। ਤਾਂ ਉਹ ਕਹਿੰਦੀ ਹੈ ਕਿ they told me not to bother but I was greatly bothered. What would happen to the Hindus of Punjab if Punjabi Suba was formed? ਸੋ ਜਿਹੜੀ ਆਪਾਂ ਨਿਆਂ ਦੀ ਗੱਲ ਕਰਦੇ ਹਾਂ ਉਹ ਸਾਨੂੰ ਇਸ ਸੰਦਰਭ ਦੇ ਵਿੱਚ ਕਰਨੀ ਪਏਗੀ। ਕਈ ਲੋਕ ਪੁੱਛਦੇ ਨੇ ਹੁਣ ਨਿਆਂ ਹੋਏਗਾ। ਨਿਆਂ ਇਸ ਤਰ੍ਹਾਂ ਹੋਏਗਾ ਜਿਸ ਦਿਨ ਨਿਆਂ ਕਰਨਾ ਹੋਇਆ ਨਾ ਇਹਨਾਂ ਨੇ ਸਾਡੇ ਨਾਲ, ਜਿਸ ਦਿਨ ਹਿੰਦੁਸਤਾਨ ਦੇ ਮਨ ਦੇ ਵਿੱਚ ਆ ਗਿਆ ਕਿ ਸਿੱਖਾਂ ਦੇ ਨਾਲ ਅਸੀਂ ਬਹੁਤ ਜ਼ਿਆਦਤੀ ਕੀਤੀ ਹੈ ਔਰ ਇਹਨਾਂ ਲੋਕਾਂ ਨੇ ਸਦਾ ਹੀ ਹਿੰਦੁਸਤਾਨ ਦਾ ਭਲਾ ਚਾਹਿਆ ਹੈ ਔਰ ਸਦਾ ਹੀ ਇਹ ਹਿੰਦੁਸਤਾਨ ਵਾਸਤੇ, ਮੁਲਕ ਵਾਸਤੇ ਲੜਦੇ ਆਏ ਨੇ ਅਤੇ ਮਾਨਵਤਾ ਵਾਸਤੇ, ਮਾਨਵਤਾ ਦੀਆਂ ਕਦਰਾਂ ਕੀਮਤਾਂ ਨੂੰ ਸਾਹਮਣੇ ਰੱਖ ਕੇ ਇਹਨਾਂ ਨੇ ਕਦੇ ਵੀ ਕੋਈ ਇਸ ਤਰ੍ਹਾਂ ਦੀ ਜ਼ਬਰਦਸਤੀ ਨਹੀਂ ਕੀਤੀ। ਜਿਸ ਵੇਲੇ ਇਹਨਾਂ ਨੂੰ ਇਹ ਗੱਲ ਸਮਝ ਆ ਗਈ, ਜਿਵੇਂ ਕਿ ਹੁਣ ਸਾਰੇ ਸੰਸਾਰ ਦੇ ਉੱਤੇ ਲੋਕਾਂ ਨੂੰ ਸਮਝ ਆ ਰਹੀ ਹੈ, ਤਾਂ ਉਸ ਵੇਲੇ ਇਹ ਫਿਰ ਕੀ ਕਰਨਗੇ? ਫਿਰ ਇਹ ਉੱਥੇ ਜਾਣਗੇ ਜਿੱਥੋਂ ਇਹਨਾਂ ਨੇ ਸਾਡੇ ਨਾਲ ਦੁਸ਼ਮਣੀ ਸ਼ੁਰੂ ਕੀਤੀ ਸੀ। ਇਹ ਸਾਨੂੰ ਆਟੋਨਮੀ ਦੇਣਗੇ, ਸਾਡੇ ਪੰਜਾਬੀ ਬੋਲਦੇ ਇਲਾਕੇ ਸਾਨੂੰ ਮਿਲਣਗੇ, ਸਾਡੀ ਰਾਜਧਾਨੀ ਸਾਨੂੰ ਮਿਲੇਗੀ, ਸਾਡੇ ਦਰਿਆਵਾਂ ਦੇ ਪਾਣੀ ਦੇ ਉੱਤੇ ਕਿਸੇ ਹੋਰ ਦਾ ਗੈਰ ਦਾ ਕਬਜ਼ਾ ਜਿਹੜਾ ਹੈ ਉਹ ਖਤਮ ਹੋਏਗਾ ਔਰ ਇਹ ਉੱਥੋਂ ਸ਼ੁਰੂ ਹੋਏਗਾ। ਇਹ ਇਸ ਤਰ੍ਹਾਂ ਨਹੀਂ ਹੋ ਸਕਦਾ ਕਿ ਉਹ ਸਾਰਾ ਕੁਝ ਤਾਂ ਜੋ ਹੈ ਉਹ ਤਾਂ ਹਜ਼ਮ ਹੋ ਗਿਆ ਅਤੇ ਹੁਣ ਤੋਂ ਅਸੀਂ ਤੁਹਾਡੇ ਨਾਲ ਨਿਆਂ ਕਰਾਂਗੇ। ਹੁਣ ਤੋਂ ਕੋਈ ਨਿਆਂ ਨਹੀਂ ਹੋ ਸਕਦਾ ਸਾਡੇ ਨਾਲ, ਉਹ ਨਿਆਂ ਉੱਥੋਂ ਹੀ ਸ਼ੁਰੂ ਹੋਏਗਾ। ਸੋ ਜਿਹੜਾ ਇਹ ਸੈਣੀ ਹੈ, ਸੁਮੇਧ ਸਿੰਘ ਸੈਣੀ ਜਾਂ ਸੁਮੇਧ ਸੈਣੀ, ਇਹ ਬੰਦਾ ਇਸ ਵਰਤਾਰੇ ਦੀ ਉਪਜ ਹੈ ਔਰ ਇਸ ਨੂੰ ਡਿਲੀਬਰੇਟਲੀ, ਮੈਂ ਤੁਹਾਨੂੰ ਯਕੀਨ ਦਿਵਾਉਣਾ ਕਿ ਕੋਈ ਵੀ ਬੰਦਾ ਕਿਸੇ ਨੂੰ, ਕੋਈ ਪੁਲਿਸ ਵਾਲਾ ਬੰਦਾ ਕਿਸੇ ਨੂੰ ਡੰਡਾ ਨਹੀਂ ਮਾਰ ਸਕਦਾ। ਤੁਸੀਂ ਜਿਹੜਾ ਗਿੱਲ ਨੇ ਹਮਾਕਤ ਕੀਤੀ ਸੀ, KPS ਗਿੱਲ ਨੇ ਬੀਬੀ ਦਿਓਲ ਦੇ ਨਾਲ, ਉਸ ਦਾ ਖਮਿਆਜਾ ਉਸ ਨੂੰ ਭੁਗਤਣਾ ਪਿਆ। ਤੁਸੀਂ ਉਸ ਤੋਂ ਅੰਦਾਜ਼ਾ ਲਾ ਲਓ ਕਿ ਇਹ ਬਦਤਮੀਜ਼ੀ ਵੀ ਤੱਕ ਵੀ ਪਨਿਸ਼ੇਬਲ ਹੈ ਔਰ ਉਸ ਦੇ ਵਾਸਤੇ ਉਸ ਨੂੰ ਡਿਸਮਿਸ ਕੀਤਾ ਜਾਣਾ ਚਾਹੀਦਾ ਸੀ ਐਕਚੁਅਲੀ, ਜੇ ਕਾਨੂੰਨ ਕੋਈ ਹੁੰਦਾ ਤਾਂ ਇਹ ਜੇ ਕੋਈ ਬੰਦਾ ਕਿਸੇ ਨੂੰ ਮਾਰਦਾ ਹੈ ਕਸਟਡੀ ਦੇ ਵਿੱਚ ਲੈ ਕੇ, ਜਿਸ ਤਰ੍ਹਾਂ ਇਸਨੇ ਇਹਨਾਂ ਨੂੰ ਮੁਲਤਾਨੀ ਸਾਹਿਬ ਨੂੰ ਮਾਰਿਆ, ਮੁਲਤਾਨੀ ਦੇ ਬੇਟੇ ਨੂੰ ਮਾਰਿਆ, ਇਸ ਦੇ ਵਾਸਤੇ ਸਜ਼ਾਏ ਮੌਤ ਹੈ। ਇਸ ਤੋਂ ਘੱਟ ਕੁਝ ਵੀ ਨਹੀਂ ਹੈ। ਕਾਰਡਸੂ ਆਪਣੇ ਬੜੇ ਅੱਛੇ ਜੱਜ ਹੁੰਦੇ ਸੀ ਸੁਪਰੀਮ ਕੋਰਟ ਦੇ, ਉਹਨਾਂ ਨੇ ਕਿਹਾ ਸੀਗਾ ਕਿ ਇਸ ਦੇ ਵਾਸਤੇ ਹੋਰ ਕੋਈ ਸਜ਼ਾ ਇਸ ਤੋਂ ਘੱਟ ਨਹੀਂ ਹੋਣੀ ਚਾਹੀਦੀ ਜੇ ਪੁਲਿਸ ਵਾਲਾ ਕਸਟਡੀ ਦੇ ਵਿੱਚ ਕਿਸੇ ਬੰਦੇ ਨੂੰ ਮਾਰ ਦੇਵੇ। ਅਤੇ ਤੁਸੀਂ ਦੇਖ ਰਹੇ ਹੋ ਕਿ ਇਹ ਇੱਥੇ ਦੰਦ ਲਾਉਂਦਾ ਫਿਰਦਾ ਹੈ। ਜਦੋਂ ਇਹਨੇ ਸਟੇਟ ਵਾਸਤੇ ਇੰਨੇ ਹਜ਼ਾਰਾਂ ਲੋਕਾਂ ਨੂੰ ਮਾਰਿਆ, ਮੈਂ ਤਾਂ ਕਹਾਂਗਾ ਹਜ਼ਾਰਾਂ ਨੂੰ, ਕਈ ਕਹਿੰਦੇ ਨੇ ਸੈਂਕੜਿਆਂ ਨੂੰ,
ਪਰ ਚਲੋ ਜੋ ਵੀ ਹੈ ਗਿਣਤੀ ਕਿਸੇ ਨੇ ਕੀਤੀ ਨਹੀਂ। ਤਾਂ ਜਿੰਨੇ ਇਹ ਲੋਕ ਮਾਰੇ ਗਏ ਸਟੇਟ ਵਾਸਤੇ, ਇਸ ਨੇ ਕਿਹਾ ਕਿ ਮੈਂ ਆਪਣੇ ਵਾਸਤੇ ਵੀ 2-4 ਮਾਰ ਲੈਣਾ। ਸੋ ਇਸ ਨੇ 3 ਆਦਮੀਆਂ ਨੂੰ ਜਿਹੜੇ ਕਿ ਇਸ ਦੇ ਰਿਸ਼ਤੇਦਾਰ ਸਨ ਉਹਨਾਂ ਨੂੰ ਫੜ ਕੇ ਤੇ ਕਿਡਨੈਪ ਕਰਕੇ ਇਸੇ ਤਰ੍ਹਾਂ ਹੀ ਖਤਮ ਕਰ ਦਿੱਤਾ। ਨਾਲ ਉਹਨਾਂ ਦੇ ਇੱਕ ਡਰਾਈਵਰ ਵੀ ਸੀ ਮੁਖਤਿਆਰ ਸਿੰਘ, ਉਹ ਇਹਦੇ ਕਜ਼ਨ ਹੀ ਸਨ। ਤੇ ਉਹ ਬੀਬੀ ਅਮਰ ਕੌਰ ਜਿਹੜੀ ਉਹਨਾਂ ਦੀ ਮਾਂ ਸੀ ਵਿਚਾਰੀ 100 ਸਾਲ ਦੀ ਹੋ ਕੇ ਹੁਣੇ ਹੀ ਸੰਸਾਰ ਤੋਂ ਗਈ ਹੈ। ਉਹ ਸਾਰੀ ਉਮਰ ਕਰਦੀ ਰਹੀ ਚਾਰਾਜੋਈ, ਸੁਪਰੀਮ ਕੋਰਟ ਤੱਕ ਕੇਸ ਲੈ ਕੇ ਗਈ, ਲੇਕਿਨ ਇਸ ਨੂੰ ਕੋਈ ਪਨਿਸ਼ਮੈਂਟ ਨਹੀਂ ਹੋ ਸਕੀ ਕਿਉਂਕਿ ਉਹ ਸਟੇਟ ਦੀ ਪਾਲਿਸੀ, ਇਸ ਦੇ ਕੋਲ ਵੀ ਸਟੇਟ ਦੇ ਕਾਫੀ ਹਨਗੇ ਰਾਜ। ਇਹ ਜੇ ਉਹ ਸਟੇਟ ਵਾਲੇ ਕਿਤੇ ਲੱਗੇਗਾ ਵੀ ਇਸ ਨੂੰ ਇਹ ਧੋਖਾ ਹੋ ਰਿਹਾ ਜਾਂ ਮੈਨੂੰ ਜੋ ਉਸ ਵੇਲੇ ਇਮਿਊਨਿਟੀ ਆਫਰ ਕੀਤੀ ਗਈ ਸੀ ਕਿ ਤੇਰੇ ਤੇ ਕੋਈ ਮੁਕੱਦਮਾ ਨਹੀਂ ਚੱਲੇਗਾ, ਤੈਨੂੰ ਕੋਈ ਸਜ਼ਾ ਨਹੀਂ ਹੋਏਗੀ, ਇਹੀ ਕਹਿ ਕੇ ਇਹਨਾਂ ਕੋਲੋਂ ਬੰਦੇ ਮਰਵਾ ਸਕਦੇ ਆ। ਵਰਨਾ ਪੁਲਿਸ ਵਾਲੇ ਦੀ ਕੋਈ ਮਜਾਲ ਨਹੀਂ ਕਿ ਕਿਸੇ ਬੰਦੇ ਨੂੰ ਕੋਈ ਵੀ ਆਖੇ ਜਾਂ ਨਜਾਇਜ਼ ਗੱਲ ਕਿਸੇ ਨਾਲ ਕਰੇ। ਤਾਂ ਉਹ ਫਿਰ ਸਟੇਟ ਦੇ ਰਾਜ ਵੀ ਸਟੇਟ ਦੇ ਲੋਕਾਂ ਦੇ ਸਾਹਮਣੇ ਖੋਲ੍ਹੇਗਾ। ਔਰ ਜਦੋਂ ਇਹ ਸਟੇਟ ਦੇ ਰਾਜ ਪ੍ਰਗਟ ਹੋਣਗੇ ਫਿਰ ਸਾਰੇ ਸੰਸਾਰ ਦੇ ਉੱਤੇ ਇਹ ਜਿਹੜੀ ਲੈਜੀਟੀਮੇਸੀ ਹੁੰਦੀ ਹੈ ਡੈਮੋਕ੍ਰੇਸੀ ਦੀ, ਔਰ ਜਿਹੜੀ ਲੈਜੀਟੀਮੇਸੀ ਹੈ ਇੱਥੋਂ ਦੀ ਸਰਕਾਰ ਦੀ ਸਾਡੇ ਉੱਤੇ ਰਾਜ ਕਰਨ ਦੀ, ਉਹ ਪੰਜਾਬ ਦੀ ਲੈ ਲਓ ਚਾਹੇ ਇਸ ਕੇਂਦਰ ਦੀ ਲੈ ਲਓ, ਉਹ ਲੈਜੀਟੀਮੇਸੀ ਕੁਐਸਚਨ ਹੋਏਗੀ। ਕਿਉਂਕਿ ਤੁਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ ਡੈਮੋਕ੍ਰੇਸੀ ਦੇ ਵਿੱਚ ਕਿ ਡੈਮੋਕ੍ਰੇਸੀ ਦਾ ਨਾਂ ਲੈ ਕੇ ਲੋਕਾਂ ਦੇ ਵਾਸਤੇ ਹਕੂਮਤ ਬਣਾਓ ਅਤੇ ਉਹ ਹਕੂਮਤ ਲੋਕਾਂ ਨੂੰ ਹੀ ਮਾਰਦੀ ਰਹੇ। ਇਸ ਦੇ ਵਿੱਚ ਹੁਣ ਆਪਾਂ ਨੂੰ ਇਹ ਪ੍ਰਕਾਸ਼ ਸਿੰਘ ਬਾਦਲ ਅਤੇ ਜਿਹੜੇ ਸਾਡੇ ਉਸ ਵੇਲੇ ਦੇ ਹੁਕਮਰਾਨ ਸੀਗੇ ਉਹਨਾਂ ਦਾ ਰੋਲ ਵੀ ਅਸੈਸ ਕਰਨਾ ਚਾਹੀਦਾ। ਇਹਨਾਂ ਦਾ ਰੋਲ ਸਿਰਫ ਕੇਂਦਰ ਦੇ ਗੁਲਾਮਾਂ ਦਾ ਰੋਲ ਹੈ। ਜਿਸ ਤਰ੍ਹਾਂ ਪਹਿਲਾਂ ਇੱਥੇ ਸੂਬੇਦਾਰ ਹੁੰਦੇ ਸੀਗੇ ਮੁਗਲਾਂ ਦੇ ਸਮੇਂ ਦੇ ਵਿੱਚ, ਉਹਨਾਂ ਨੂੰ ਇਸ ਸ਼ਰਤ ਦੇ ਉੱਤੇ ਮਿਲਦੀ ਸੀ ਸੂਬੇਦਾਰੀ ਵੀ ਤੁਸੀਂ ਸਾਰਿਆਂ ਨੂੰ ਦਬਾ ਕੇ ਰੱਖੋਗੇ, ਜੋ ਵੀ ਕਰਨਾ ਕਰੋ, ਜਿੰਨੇ ਕਤਲ ਕਰਨੇ ਆ, ਜਿੰਨੇ ਮਾਰਨੇ ਆ, ਜਿਨ੍ਹਾਂ ਨੂੰ ਫਾਂਸੀ ਸਜ਼ਾ ਦੇਣੀ ਹੈ, ਜੋ ਕਰਨਾ ਕਰੋ, ਲੇਕਿਨ ਅਮਨ ਅਮਾਨ ਹੋਣਾ ਚਾਹੀਦਾ ਮੁਲਕ ਦੇ ਵਿੱਚ ਔਰ ਸਾਨੂੰ ਇੰਨੇ ਪੈਸੇ ਆਉਣੇ ਚਾਹੀਦੇ ਹੈ। ਸੋ ਇਹੀ ਹਾਲ ਇੱਥੇ ਅੱਜ ਕੱਲ੍ਹ ਸਰਕਾਰਾਂ ਦਾ ਹੈ। ਇਹ ਜਿਹੜੇ ਸੀਗੇ ਹੁਣ ਪ੍ਰਕਾਸ਼ ਸਿੰਘ ਬਾਦਲ ਦੇ, ਜੇ ਆਪਾਂ ਜਿਸ ਵੇਲੇ ਸੈਣੀ ਨੇ ਇਸ ਦੇ ਬਰਖਲਾਫ ਮੁਕੱਦਮਾ ਦਰਜ ਕੀਤਾ ਹੈ 1996 ਦੇ ਕਰੀਬ, ਜਾਂ ਜਿਸ ਵੇਲੇ ਅਮਰਿੰਦਰ ਸਿੰਘ ਦੀ ਪਹਿਲੀ ਸਰਕਾਰ ਆਈ ਹੈ, ਤਾਂ ਉਹ 100 ਪੇਜ ਦਾ ਉਸ ਦਾ ਇੱਕ ਬਣੀ ਸੀ ਚਾਰਜ ਸ਼ੀਟ, ਔਰ ਉਸ ਦੇ ਵਿੱਚ ਬੜੀ ਅੱਛੀ ਤਰ੍ਹਾਂ ਨਾਲ ਸਾਰਾ ਕੁਛ ਰਿਸਰਚ ਕਰਕੇ ਲਿਖਿਆ ਗਿਆ ਸੀ ਕਿ ਤਕਰੀਬਨ 5000 ਕਰੋੜ ਦੀ ਉਸ ਵੇਲੇ ਪ੍ਰਾਪਰਟੀ ਇਹਨਾਂ ਦੀ ਬਣਦੀ ਸੀ, ਜਿਹੜੀ ਕਿ ਕਿਸੇ ਤਰ੍ਹਾਂ ਵੀ ਇਹਨਾਂ ਦੀ ਤਨਖਾਹਾਂ ਇਤਿਆਦ ਜਾਂ ਜੱਦੀ ਜਿਹੜੇ ਸੀ ਜ਼ਮੀਨ ਇਤਿਆਦ ਉਹਨਾਂ ਦੇ ਵਿੱਚੋਂ ਉਹ ਇੰਨੀ ਪ੍ਰਾਪਰਟੀ ਬਣਾਈ ਨਹੀਂ ਜਾ ਸਕਦੀ ਸੀ ਕਿਸੇ ਹਾਲ ਦੇ ਵਿੱਚ ਵੀ। ਉਹ ਇਹਨਾਂ ਨੂੰ ਸੂਬੇਦਾਰਾਂ ਨੂੰ ਇਨਾਮ ਦਿੱਤਾ ਜਾਂਦਾ ਹੈ ਕਿ ਤੁਸੀਂ ਆਪਣੇ ਲਈ ਜੋ ਮਰਜ਼ੀ ਕਰੋ ਅਤੇ ਲੇਕਿਨ ਸਟੇਟ ਵਾਸਤੇ ਤੁਹਾਡਾ ਫਰਜ਼ ਆ ਹੈ। ਅਸੀਂ ਦੇਖਿਆ ਪਿੱਛੇ ਜੋ ਕੁਛ ਬਹਿਬਲ ਕਲਾਂ ਦੇ ਵਿੱਚ ਹੋਇਆ, ਕੋਟਕਪੂਰੇ ਦੇ ਵਿੱਚ ਹੋਇਆ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਗਾਤਾਰ ਇਹਨਾਂ ਦੇ ਸਮੇਂ ਦੇ ਵਿੱਚ ਹੁੰਦੀ ਰਹੀ। ਔਰ ਜਿਹੜੇ ਜ਼ਿਮੀਂਦਾਰ ਸੀ ਪੰਜਾਬ ਦੇ ਲੈਂਡ ਓਨਰਸ ਵਗੈਰਾ, ਉਹਨਾਂ ਦੇ ਉੱਤੇ ਲਗਾਤਾਰ ਲਾਠੀਚਾਰਜ ਹੁੰਦਾ ਰਿਹਾ, ਪੱਗਾਂ ਉਹਨਾਂ ਦੀਆਂ ਲਹਿੰਦੀਆਂ ਰਹੀਆਂ। ਇਹ ਸਾਰੇ ਤੋਂ ਪਤਾ ਲੱਗਦਾ ਹੈ ਕਿ ਇਹ ਜਿਹੜੇ ਲੋਕ ਹਨ ਇਹਨਾਂ ਨੂੰ ਸੁਪਾਰੀ ਚੁੱਕਣੀ ਪੈਂਦੀ ਹੈ। ਸੁਪਾਰੀ ਇਹ ਫੜਦੇ ਨੇ, ਉਹ ਇਸ ਚੀਜ਼ ਦੀ ਫੜਦੇ ਨੇ ਕਿ ਅਸੀਂ ਸਿੱਖ ਧਰਮ ਦਾ ਬਹੁਤ ਨੁਕਸਾਨ ਕਰਾਂਗੇ, ਅਸੀਂ ਪੰਜਾਬ ਦਾ ਬਹੁਤ ਜਿੰਨਾ ਨੁਕਸਾਨ ਤੁਸੀਂ ਕਰਨਾ ਚਾਹੁੰਦੇ ਹੋ ਅਸੀਂ ਕੋਈ ਉਹਦੇ ਵਿੱਚ ਅੜਚਣ ਨਹੀਂ ਪਾਵਾਂਗੇ, ਅਤੇ ਜਿਹੜੇ ਵੀ ਤੁਸੀਂ ਬੰਦੇ ਇੱਥੇ ਲਾਓਗੇ ਅਸੀਂ ਉਹਨਾਂ ਦੇ ਮਗਰ ਲੱਗ ਕੇ ਰਵਾਂਗੇ। ਪੰਜਾਬ ਦੇ ਵਿੱਚ ਕੋਈ ਵੀ ਬੰਦਾ ਜਾਂ ਜਿਹੜੇ ਪੁਲਿਸ ਵਾਲੇ ਹਨ ਇਹਨਾਂ ਦੇ ਉੱਤੇ ਕੰਟਰੋਲ ਨਹੀਂ ਕਰ ਸਕ ਰਿਹਾ। ਅੱਜ ਕੱਲ੍ਹ ਤਾਂ ਹਾਲਤ ਹੋਰ ਵੀ ਮਾੜੀ ਹੈ। ਜਿਵੇਂ ਕੱਲ੍ਹ ਪਰਸੋਂ ਦੀ ਕੈਬਨਿਟ ਮੀਟਿੰਗ ਤੋਂ ਪਤਾ ਚੱਲਦਾ ਹੈ ਕਿ ਜਿਹੜੀ ਬਿਊਰੋਕ੍ਰੇਸੀ ਹੈ ਉਹ ਵੀ ਸਟੇਟ ਦੇ ਕੰਟਰੋਲ ਤੋਂ ਬਾਹਰ ਹੈ। ਲੇਕਿਨ ਇਹ ਪੁਲਿਸ ਵਾਲੇ ਖਾਸ ਤੌਰ ਦੇ ਉੱਤੇ ਹੋਮ ਮਿਨਿਸਟਰੀ ਦੇ, ਕੇਂਦਰੀ ਹੋਮ ਮਿਨਿਸਟਰੀ ਦੇ ਅੰਡਰ ਕੰਮ ਕਰਦੇ ਨੇ। ਇਹ ਇਹਨਾਂ ਕੋਲੋਂ ਇੰਸਟਰਕਸ਼ਨਸ ਨਹੀਂ ਲੈਂਦੇ। ਸੋ ਇਹ ਕਹਿ ਦੇਣਾ ਕਿ ਜੀ ਬਾਦਲ ਦੇ ਨਾਲ ਮਿਲ ਕੇ ਇਸ ਨੇ ਆਹ ਕਰ ਲਿਆ ਜਾਂ ਅਮਰਿੰਦਰ ਸਿੰਘ ਨੇ ਇਸ ਦੇ ਉੱਤੇ ਤਾਂ ਕਰਕੇ ਮੁਕੱਦਮਾ ਕਰਤਾ ਵੀ ਉਹਦੇ ਬਰਖਲਾਫ ਉਸਨੇ FIR ਦਰਜ ਕਰਵਾਈ ਸੀ ਅਤੇ ਇਤਿਆਦ, ਇਹ ਸਾਰੀਆਂ ਗੱਲਾਂ ਬੇਕਾਰ ਹਨ। ਸਾਨੂੰ ਜਿਹੜਾ ਸਟੇਟ ਦਾ ਅੰਡਰਲਾਈੰਗ ਵਰਤਾਰਾ ਹੈ, ਜਿਹੜਾ ਕਿ ਸਦਾ ਤੋਂ ਚੱਲਦਾ ਆ ਰਿਹਾ, ਕਈ ਪੁਸ਼ਤਾਂ ਤੋਂ ਹੁਣ ਹੋ ਗਿਆ,
70-75 ਸਾਲ ਤੋਂ ਸਾਡੇ ਨਾਲ ਇਸ ਤਰ੍ਹਾਂ ਦਾ ਵਰਤਾਰਾ ਚੱਲਦਾ ਆਇਆ ਹੈ, ਉਸ ਦੇ ਬਾਰੇ ਸਾਨੂੰ ਵਿਚਾਰ ਕਰਨੀ ਪਏਗੀ ਔਰ ਸਾਨੂੰ ਆਪਣਾ ਨਿਸ਼ਾਨਾ ਉੱਥੇ ਰੱਖਣਾ ਪਏਗਾ। ਅਸੀਂ ਕੋਈ ਮੁਲਕ ਨੂੰ ਤੋੜਨਾ ਨਹੀਂ ਚਾਹੁੰਦੇ, ਅਸੀਂ ਮੁਲਕ ਦੇ ਬਰਖਲਾਫ ਨਹੀਂ, ਅਸੀਂ ਕੋਈ ਇੱਥੇ ਇਸ ਦੀ ਪਾਰਟੀਸ਼ਨ ਨਹੀਂ ਚਾਹੁੰਦੇ, ਲੇਕਿਨ ਅਸੀਂ ਸਨਮਾਨ ਦੇ ਨਾਲ ਆਪਣੇ ਬਰਾਬਰ ਦੇ ਸ਼ਹਿਰੀ ਬਣ ਕੇ ਰਹਿਣਾ ਚਾਹੁੰਦੇ ਹਾਂ। ਅਤੇ ਇਹ ਸਾਡੀ ਕੋਈ ਡਿਮਾਂਡ ਇੰਨੀ ਵੱਡੀ ਨਹੀਂ ਹੈ ਜਿਹੜੀ ਕਿ ਮੰਨੀ ਨਾ ਜਾ ਸਕੇ। ਅਸੀਂ ਚਾਹੁੰਦੇ ਹਾਂ ਕਿ ਜੋ ਵੀ ਤੁਹਾਡਾ ਸੰਵਿਧਾਨ ਹੈ, ਜੋ ਵੀ ਬਣਿਆ ਹੋਇਆ ਹੈ, ਪਹਿਲਾਂ ਤਾਂ ਸਾਡੇ ਨਾਲ ਇਸ ਦੇ ਅਨੁਸਾਰ ਇਨਸਾਫ ਹੋਵੇ ਅਤੇ ਉਸ ਤੋਂ ਬਾਅਦ ਜਿਹੜਾ ਸੰਵਿਧਾਨ ਹੈ ਉਸ ਨੂੰ ਸੋਧ ਕੇ ਉਹਨਾਂ ਲੀਹਾਂ 'ਤੇ ਲਿਆਂਦਾ ਜਾਵੇ ਜਿਨ੍ਹਾਂ ਦੇ ਉੱਤੇ ਸਾਡੇ ਨਾਲ ਵਾਅਦੇ ਹੋਏ ਸਨ ਪਹਿਲਾਂ 1947 ਤੋਂ। ਸੋ ਇੰਨਾ ਕੁ ਸਾਡਾ ਮੁਤਾਲਿਆ ਹੈ। ਅਤੇ ਇਹ ਜਿਹੜੀ ਸਾਰਾ ਗਰੋਹ ਬਣੇ ਹੋਏ ਨੇ, ਕੋਈ ਇੱਥੇ ਚੀਫ ਮਿਨਿਸਟਰ ਨਹੀਂ, ਕੋਈ ਇੱਥੇ ਹੋਮ ਮਿਨਿਸਟਰ ਨਹੀਂ, ਇਹ ਸਾਰੇ ਦੇ ਸਾਰੇ ਇੱਕ ਗਰੋਹ ਦੇ ਅੰਡਰ ਕੰਮ ਕਰ ਰਹੇ ਨੇ। ਉਹ ਗਰੋਹ ਜਿਹੜਾ ਹੈਗਾ ਉਹਦੇ ਵਿੱਚ ਕੇਂਦਰ ਦੀਆਂ ਏਜੰਸੀਆਂ ਵੀ ਹਨ, ਹੋਰ ਬਥੇਰੇ ਲੋਕ ਹਨ। ਤਾਂ ਇਹ ਜਿਹੜੇ ਇਹ ਲੋਕਾਂ ਨੂੰ ਲਾਲਚ ਦੇ ਕੇ ਲੀਡਰਸ਼ਿਪ ਨੂੰ ਖਰੀਦ ਲੈਂਦੇ ਨੇ, ਇਹ ਬੰਦ ਕਰਨਾ ਪਏਗਾ ਅਤੇ ਇਹਨਾਂ ਦੇ ਉੱਤੇ ਆਪਣਾ ਧਿਆਨ ਹੋਣਾ ਚਾਹੀਦਾ ਹੈ। ਹੁਣ ਖਾਸ ਤੌਰ ਦੇ ਉੱਤੇ 2 ਸਾਲਾਂ ਨੂੰ ਚੋਣਾਂ ਆਉਣ ਵਾਲੀਆਂ ਨੇ, ਤਾਂ ਸਾਨੂੰ ਖਿਆਲ ਹੋਣਾ ਚਾਹੀਦਾ ਕਿ ਅਸੀਂ ਕਿਸ ਤਰ੍ਹਾਂ ਨਾਲ ਇਹੋ ਜਿਹੇ ਲੋਕਾਂ ਨੂੰ ਲੈ ਕੇ ਆਈਏ ਜਿਹੜੇ ਕਿ ਕੇਂਦਰ ਦਾ ਪਾਣੀ ਭਰਨ ਤੋਂ ਜਾਂ ਜਿਹੜੀਆਂ ਗੈਰ ਕਾਨੂੰਨੀ ਉਸ ਦੀਆਂ ਰਿਕੁਆਇਰਮੈਂਟ ਆਉਣਗੀਆਂ ਕੇਂਦਰ ਦੀਆਂ, ਜਿਹੜੀਆਂ ਉਹ ਪੰਜਾਬ ਦੇ ਉੱਤੇ ਠੋਸਣਾ ਚਾਹੁੰਦੇ ਨੇ, ਉਹਨਾਂ ਤੋਂ ਜਿਹੜੇ ਬਚਣ ਵਾਲੇ ਲੋਕ ਹਨ, ਜਿਨ੍ਹਾਂ ਨੂੰ ਇਸ ਗੱਲ ਦੀ ਸਮਝ ਹੈ ਕਿ ਪੰਜਾਬ ਦੇ ਵਿੱਚ ਕੀ ਵਰਤਾਰਾ ਚੱਲ ਰਿਹਾ ਔਰ ਕਿਸ ਤਰ੍ਹਾਂ ਇਸ ਦੀ ਰੋਕਥਾਮ ਕਰਨੀ ਹੈ, ਉਹਨਾਂ ਨੂੰ ਚੁਣ ਕੇ ਵੱਖ-ਵੱਖ ਜਗ੍ਹਾ ਦੇ ਉੱਤੇ ਭੇਜੀਏ, ਲੈਜਿਸਲੇਟਿਵ ਅਸੈਂਬਲੀ ਦੇ ਵਿੱਚ, ਪਾਰਲੀਮੈਂਟ ਦੇ ਵਿੱਚ, ਤਾਂ ਕਿ ਉਹ ਲੋਕਾਂ ਵਾਸਤੇ ਲੜ ਸਕਣ। ਜਿਸ ਤਰ੍ਹਾਂ ਇਹਨਾਂ ਨੇ ਲੋਕਾਂ ਕੋਲੋਂ ਨੁਮਾਇੰਦਗੀ ਲੈ ਕੇ ਅਤੇ ਉਹਨਾਂ ਦੇ ਸਾਹਮਣੇ ਆਪਣੀਆਂ ਆਤਮ ਸਮਰਪਣ ਕੀਤਾ, ਉਸ ਤਰ੍ਹਾਂ ਆਤਮ ਸਮਰਪਣ ਨਾ ਕਰਨ, ਬਲਕਿ ਲੋਕਾਂ ਵਾਸਤੇ ਲੜਨ ਕਿ ਅਸੀਂ ਬਰਾਬਰ ਦੇ ਸ਼ਹਿਰੀ ਹਾਂ, ਸਾਡੇ ਸੰਵਿਧਾਨ ਦੇ ਅਨੁਸਾਰ ਸਾਡੇ ਕੁਝ ਅਧਿਕਾਰ ਹਨ ਅਤੇ ਇਹ ਸਾਰੇ ਸਾਨੂੰ ਮਿਲਣੇ ਚਾਹੀਦੇ ਆ। ਉਸ ਤੋਂ ਬਾਅਦ ਇਹ ਫਿਰ ਸਾਰੇ ਮੁਲਕ ਦੇ ਵਿੱਚ ਇਸ ਤਰ੍ਹਾਂ ਦੀ ਰੌਂ ਚੱਲੇਗੀ ਕਿ ਭਾਈ ਇਹ ਜਿਹੜਾ ਤੁਹਾਡਾ ਹੁਣ ਇਹ ਬਾਰ-ਬਾਰ ਕਹਿੰਦੇ ਜੀ ਇੰਨਾ ਵੱਡਾ ਮੁਲਕ ਹੈ ਜੀ, ਕਰੋਨਾ ਕਿਸ ਤਰ੍ਹਾਂ ਅਸੀਂ ਕੰਟਰੋਲ ਕਰ ਲਈਏ, ਤਾਂ ਉਸ ਦਾ ਜਵਾਬ ਇਹ ਹੈ ਜਿਹੜੇ ਸੂਬੇ ਹਨਗੇ ਇਹਨਾਂ ਨੂੰ ਖੁਦ ਮੁਖਤਿਆਰੀ ਦਿਓ, ਇਹ ਆਪਣੇ ਮਸਲੇ ਆਪ ਨਜਿੱਠਣ। ਤੁਸੀਂ ਇਹਨਾਂ ਦੀ ਸਹਿਮਤੀ ਦੇ ਨਾਲ ਜੋ ਕੁਝ ਸਾਰਿਆਂ ਨੂੰ ਸਾਂਝਾ ਹੈ ਉਹ ਤੁਸੀਂ ਆਪਣੇ ਕੋਲ ਰੱਖੋ। ਸੋ ਇਸ ਤਰ੍ਹਾਂ ਦੀ ਅਰੇਂਜਮੈਂਟ ਜਿੰਨੀ ਦੇਰ ਨਹੀਂ ਹੋ ਜਾਂਦੀ ਹਿੰਦੁਸਤਾਨ ਦੇ ਵਿੱਚ, ਉਦੋਂ ਤੱਕ ਕਦੇ ਵੀ ਤੁਹਾਨੂੰ ਇਨਸਾਫ ਨਹੀਂ ਮਿਲੇਗਾ। ਖਾਸ ਤੌਰ ਦੇ ਉੱਤੇ ਜਿਹੜੇ ਘੱਟ ਗਿਣਤੀਆਂ ਨੇ ਅਤੇ ਜਿਹੜੇ ਆਪਣੇ ਪੰਜਾਬ ਵਰਗੇ ਸਥਿਤੀ ਦੇ ਵਿੱਚ ਹਨ, ਪੰਜਾਬ, ਕਸ਼ਮੀਰ, ਨਾਗਾਲੈਂਡ ਇਤਿਆਦਿ, ਇਹਨਾਂ ਨੂੰ ਕਦੇ ਵੀ ਇਨਸਾਫ ਮਿਲਣ ਦੀ ਸੰਭਾਵਨਾ ਨਹੀਂ ਹੈ। ਸਾਨੂੰ ਚੰਗਾ ਲੱਗਿਆ ਕਿ ਉਸ ਨੂੰ ਫੜ ਲਿਆ ਗਿਆ ਔਰ ਉਸ ਦੇ ਉੱਤੇ ਮੁਕੱਦਮੇ ਚੱਲੇ ਨੇ, ਮੁਕੱਦਮਾ ਚੱਲਿਆ ਸਮੇਤ ਸੈਣੀ ਦੇ ਉੱਤੇ। ਖੱਜਲ ਖੁਆਰ ਕੁਛ ਦੇਰ ਹੋਏਗਾ, ਲੇਕਿਨ ਇਸ ਦੇ ਵਿੱਚੋਂ ਬਹੁਤ ਸਾਰਾ ਕੁਛ ਅਸੀਂ ਉਮੀਦ ਰੱਖੀਏ ਇਹ ਜਾਇਜ਼ ਨਹੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਫਰੀਦ ਦੇ ਲਫ਼ਜ਼ਾਂ ਦੇ ਵਿੱਚ ਸਾਡੇ ਹਾਲਤ ਨੂੰ ਚੰਗੀ ਤਰ੍ਹਾਂ ਬਿਆਨ ਕੀਤਾ ਜਾ ਸਕਦਾ ਹੈ। ਫਰੀਦਾ ਚਿੰਤ ਖਟੋਲਾ ਵਾਣ ਦੁੱਖ ਬਿਰਹਿ ਵਿਛਾਵਣ ਲੇਫ, ਇਹ ਹਮਾਰਾ ਜੀਵਨਾ ਤੂੰ ਸਾਹਿਬ ਸੱਚੇ ਵੇਖ।